सब दुख श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। जिस डिठे सब दुख जाए, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। जिस डिठे सब दुख जाए, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। प्रथम भगवती सिमर के गुरु नानक लई धियाए, गुरु नानक लई धियाए। प्रथम भगवती सिमर के गुरु नानक लई धियाए, गुरु नानक लई धियाए। फिर अंगत ते गुरु अमरदास रामदास होए सहाय, रामदास होए सहाय। फिर अंगत ते गुरु अमरदास रामदास होई सहाय, रामदास होए सहाय। जी श्री हरि कृष्ण धियाये, 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 श्री हरि कृष्ण धियाये। अर्जन हर गोविंद अर्जन हर गोविंद सिमरो श्री हरि राय, सिमरो श्री हरि राय। अर्जन हर गोविंद सिमरो श्री हरि राय, सिमरो श्री हरि राय। श्री हरि कृष्ण धियाये, जिस दिथे सब दुख जाए, जिस डिठे सब दुख जाए। श्री हरि कृष्ण धियाये, जिस दिथे सब दुख जाए, जिस डिठे सब दुख जाए। श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। जिस दिथे सब दुख जाए, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये।
तेग बहादुर सिमरिए करनो नित आवे धाए करनो नित आवे धाए तेग बहादुर सिमरिए करनो नित आवे धाए करनो नित आवे धाए सब थाई होए सहाय सब थाई होए सहाय सब थाई होए सहाय सब थाई होए सहाय श्री हरि कृष्ण धियाये 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 धन श्री गोबिंद सिंह साहिब धन गुरु गोबिंद सिंह साहिब गुरु गोबिंद सिंह साहिब धन 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 गुरु गोबिंद सिंह साहिब श्री हरि कृष्ण धियाये श्री हरि कृष्ण धियाये श्री हरि कृष्ण धियाये श्री हरि कृष्ण धियाये जिस जिथे सब दुख जाए श्री हरि कृष्ण धियाये श्री हरि कृष्ण धियाये श्री हरि कृष्ण धियाये श्री हरि कृष्ण ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਕਾਲ ਮੂਰਤ ਉਮਰ ਵਿੱਚ ਭਾਵੇਂ ਬਹੁਤ ਛੋਟੇ ਹਨ ਪਰ ਕਾਰਨਾਮਿਆਂ ਵਿੱਚ ਕੋਈ ਕਮੀ ਨਹੀਂ। ਅੱਜ ਦਾ ਪੜ੍ਹਿਆ ਲਿਖਿਆ ਮਨੁੱਖ ਕਹਿੰਦਾ ਹੈ ਵੀ ਸਾਡੇ ਵਿੱਚ ਤੇ ਗੁਰੂ ਵਿੱਚ ਕੀ ਫਰਕ ਹੈ। ਜਿਹੋ ਜਿਹਾ ਸਾਡਾ ਸਰੀਰ ਉਹੋ ਜਿਹਾ ਗੁਰੂ ਦਾ ਸਰੀਰ। ਪਰ ਐਸੀ ਮਨਮੁਖ ਬਿਰਤੀ ਹੈ, ਇਸ ਨੂੰ ਕਿਹਾ ਜਾਂਦਾ ਹੈ ਕਿ ਪੜ੍ਹਿਆ ਮੂਰਖ ਆਖੀਏ ਜੈ ਲੱਭ ਲੋਭ ਹੰਕਾਰ। ਇਹ ਅਹੰਕਾਰ ਹੈ ਕਿ ਗੁਰੂ ਨੂੰ ਕੁਝ ਨਾ ਸਮਝਣਾ। ਪਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਮਰ ਛੋਟੀ ਹੈ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਸੋਹਣੀ ਗੱਦੀ ਤੇ ਆਪ ਬਿਰਾਜਮਾਨ ਹੋਏ। ਭਾਵੇਂ ਉਮਰ ਛੋਟੀ ਹੈ, ਜਿਵੇਂ ਚੰਦਨ ਦਾ ਬੂਟਾ ਬਹੁਤ ਛੋਟਾ ਹੁੰਦਾ ਹੈ ਪਰ ਸਾਰੇ ਜੰਗਲ ਨੂੰ ਮਹਿਕ ਵੰਡਦਾ ਹੈ। ਜੋ ਵੀ ਚੰਦਨ ਦੀ ਸ਼ਰਨ ਵਿੱਚ ਹੁੰਦੇ ਹਨ ਉਹ ਵੀ ਚੰਦਨ ਹੋ ਜਾਂਦੇ ਹਨ। ਜਿਸ ਤਰ੍ਹਾਂ ਹੀਰਾ ਬਹੁਤ ਛੋਟਾ ਹੁੰਦਾ ਹੈ ਆਕਾਰ ਵਿੱਚ, ਪਰ ਜਦੋਂ ਉਸ ਦੀ ਕੀਮਤ ਪੈਂਦੀ ਹੈ ਤਾਂ ਲੱਖਾਂ ਕਰੋੜਾਂ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਪਾਰਸ ਹੈ, ਆਕਾਰ ਵਿੱਚ ਬਹੁਤ ਛੋਟਾ ਹੁੰਦਾ ਹੈ ਪਰ ਲੱਖਾਂ ਮਣਾ ਲੋਹਾ ਪਿਆ ਹੋਵੇ ਤੇ ਨਾਲ ਛੋ ਜਾਏ ਪਾਰਸ ਤੇ ਸਾਰਾ ਲੋਹਾ ਸੋਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਭਾਵੇਂ ਉਮਰ ਛੋਟੀ ਹੈ ਪਰ ਵੱਡੇ ਕਾਰਨਾਮੇ ਕੀਤੇ। ਕਿਤੇ ਰੋਗੀਆਂ ਦੇ ਰੋਗ ਦੂਰ ਕਰ ਰਹੇ ਹਨ, ਕਿਤੇ ਕੋੜੀਆਂ ਦੇ ਕੋੜ ਦੂਰ ਕਰ ਰਹੇ ਹਨ,
ਕਿਤੇ ਛੱਜੂ ਮਹਿਰੇ ਇੱਕ ਮੂਰਖ ਦੀ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਰਹੇ ਹਨ। ਜਿੱਥੇ ਵੀ ਆਪ ਚਰਨ ਪਾਉਂਦੇ ਹਨ ਉੱਥੇ ਮਿਹਰਾਂ ਦਾ ਮੀਂਹ ਵਸ ਜਾਂਦਾ ਹੈ। ਇਸ ਲਈ ਕਿਹਾ ਕਿ ਜਿਸ ਡਿੱਠੇ ਸਭ ਦੁੱਖ ਜਾਏ, ਕਿਉਂਕਿ ਗੁਰੂ ਦਾ ਦਰਸ਼ਨ ਕਰਕੇ ਜੇ ਦੁੱਖ ਨਹੀਂ ਨਸੇ ਤਾਂ ਫਿਰ ਕਿੱਥੇ ਨਸਣਗੇ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਇਸ ਲਈ ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ। ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ। ਵਾਹਿਗੁਰੂ 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 ਜਿਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਆ ਰਹੀ ਹੈ। ਪਿੱਛੇ ਸੰਗਤਾਂ ਸਤਨਾਮ ਵਾਹਿਗੁਰੂ ਕਰਦੀਆਂ ਆ ਰਹੀਆਂ ਹਨ। ਅੱਗੇ ਅੱਗੇ ਗੁਰੂ ਕੇ ਸਿੱਖ ਪਿਆਰ ਵਾਲੇ ਕੋਈ ਝਾੜੂ ਦੇ ਕੇ ਥਾਂ ਸਾਫ਼ ਕਰ ਰਿਹਾ ਹੈ, ਕੋਈ ਛਿੜਕਾ ਕਰ ਰਿਹਾ ਹੈ ਤੇ ਕੋਈ ਸੁੰਦਰ ਕੱਪੜੇ ਵਿਛਾ ਰਿਹਾ ਹੈ ਕਿ ਮੇਰਾ ਸਾਹਿਬ ਜਿੱਥੋਂ ਆ ਰਿਹਾ ਹੈ ਉਹ ਭੋਏ ਤੇ ਨਾ ਆਵੇ। ਪਿਆਰ ਵਾਲੀਆਂ ਰੂਹਾਂ ਸੇਵਾ ਕਰ ਰਹੀਆਂ ਹਨ। ਇੱਕ ਕੋੜਾ ਆ ਕੇ ਜਿਹਦੇ ਸਰੀਰ ਦਾ ਰੋਮ ਰੋਮ ਕੋੜ ਵਿੱਚ ਗ੍ਰਸਿਆ ਹੋਇਆ ਹੈ, ਦੁੱਖ ਵਿੱਚ ਗ੍ਰਸਿਆ ਹੋਇਆ ਹੈ, ਆ ਕੇ ਢਹਿ ਪਿਆ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ, ਮੈਂ ਬੜਾ ਦੁਖੀ ਹਾਂ। ਜਾਂ ਤਾਂ ਸੰਸਾਰ ਤੋਂ ਇਸ ਦੁਨੀਆ ਤੋਂ ਛੁਟਕਾਰਾ ਪਵਾ ਦਿਓ ਤੇ ਜਾਂ ਇਸ ਸਰੀਰ ਨੂੰ ਅਰੋਗ ਕਰ ਦਿਓ। ਪਤਾ ਨਹੀਂ ਕਿਹੜੇ ਪਾਪਾਂ ਦਾ ਫਲ ਮੈਂ ਭੋਗ ਰਿਹਾ ਤੇ ਜੇ ਤੇਰੇ ਚਰਨਾਂ ਵਿੱਚ ਆ ਕੇ ਵੀ ਪਾਪ ਨਾ ਨਸੇ, ਪਾਪ ਨਾ ਦੂਰ ਹੋਏ ਤਾਂ ਕਿੱਥੇ ਹੋਣਗੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਕੋੜੇ ਵੱਲ ਨਜ਼ਰ ਕੀਤੀ, ਉਸ ਨਜ਼ਰ ਤੋਂ ਅੰਮ੍ਰਿਤ ਦਾ ਮੀਂਹ ਵਸਿਆ। ਵੇਖਦਿਆਂ ਵੇਖਦਿਆਂ ਇਹ ਕੋੜੇ ਦਾ ਤਨ ਵੀ ਅਰੋਗ ਹੋ ਗਿਆ ਤੇ ਮਨ ਵੀ ਅਰੋਗ ਹੋ ਗਿਆ। ਕੋਈ ਤਨ ਦਾ ਕੋੜ ਤਾਂ ਕੱਟ ਲਵੇਗਾ ਤੇ ਜੇ ਮਨ ਵਿੱਚ ਕੋੜ ਭਰਿਆ ਹੋਇਆ ਤਾਂ ਉਹ ਕਿਸ ਕੰਮ ਹੈ ਭਾਈ ਜਿਹਦਾ ਮਨ ਕੋੜਾ ਹੋਵੇ। ਗੁਰੂ ਨਾਨਕ ਦੇ ਦਰ ਤੇ ਆ ਕੇ ਤਨ ਦਾ ਕੋੜ ਵੀ ਕੱਟਿਆ ਜਾਂਦਾ ਹੈ, ਮਨ ਦਾ ਕੋੜ ਵੀ ਕੱਟਿਆ ਜਾਂਦਾ ਹੈ। ਇਸ ਲਈ ਪਿਆਰ ਵਿੱਚ ਭਿੱਜ ਕੇ ਝੂਮ ਕੇ ਉਹ ਪੜਨ ਲਗਾ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ। ਜਿਸ ਡਿੱਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ। ਵਾਹਿਗੁਰੂ 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 ਵਾਹਿਗੁਰੂ
श्री हरि कृष्ण धियाये, श्री हरि कृष्ण धियाये। श्री हरि कृष्ण धियाये, श्री हरि कृष्ण धियाये। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਆ ਰਹੇ ਸਨ ਤਾਂ ਕੁਰਸ਼ੇਤਰ ਦੀ ਪਵਿੱਤਰ ਧਰਤੀ ਤੋਂ ਲੰਘੇ ਤਾਂ ਪੰਡਤ ਲਾਲ ਚੰਦ ਜੋ ਮੰਨਿਆ ਪਰਮੰਨਿਆ ਵਿਦਵਾਨ ਸੀ, ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆ ਰਹੇ ਹਨ ਤੇ ਬਾਲ ਅਵਸਥਾ ਹੈ, ਵਿਦਿਆ ਦਾ ਹੰਕਾਰ ਹੋਣ ਕਰਕੇ ਕਹਿਣ ਲੱਗਾ ਇੱਕ ਬੱਚਾ 5-7 ਸਾਲ ਦਾ ਗੁਰੂ ਨਹੀਂ ਹੋ ਸਕਦਾ। ਚਲੋ ਵੇਖੀਏ ਪੁੱਛੀਏ ਏਡਾ ਲੰਬਾ ਨਾਮ ਕਿਵੇਂ ਰਖਾ ਲਿਆ। ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਨੇ ਵੀ ਸ਼੍ਰੀ ਕ੍ਰਿਸ਼ਨ ਨਾਮ ਰਖਵਾਇਆ ਹੈ, ਇਹਨਾਂ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਰਖਾਇਆ। ਤੇ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਕੇ ਤਾਂ ਮਨ ਨਿਹਾਲ ਹੋ ਗਿਆ ਤੇ ਪੁੱਛਣ ਲੱਗਾ ਮਹਾਰਾਜ ਬਈ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਅਵਤਾਰ ਹੋਏ ਹਨ, ਉਹਨਾਂ ਨੇ ਸ਼੍ਰੀ ਕ੍ਰਿਸ਼ਨ ਨਾਮ ਰਖਾਇਆ ਸੀ ਔਰ ਗੀਤਾ ਦਾ ਉਚਾਰਨ ਕੀਤਾ ਸੀ ਤੇ ਆਪ ਦਾ ਨਾਮ ਵੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੈ। ਤੇ ਕਮ ਸੇ ਕਮ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਵਿਖਾ ਦਿਓ, ਉਚਾਰਨ ਕਰੋ ਸ਼੍ਰੀ, ਕਮ ਸੇ ਕਮ ਗੀਤਾ ਦੇ ਅਰਥ ਤਾਂ ਕਰਕੇ ਵਿਖਾ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੇ ਆਖ ਸੁਣਾਈਏ, ਜਿਨ੍ਹਾਂ ਨੂੰ 14 ਲੋਕਾਂ ਦੀ ਖਬਰ ਹੋਵੇ, ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਜੋਤ ਜਗ ਰਹੀ ਹੋਵੇ, ਉਹਨਾਂ ਲਈ ਕੀ ਮੁਸ਼ਕਲ ਸੀ। ਮਨ ਵਿੱਚ ਸੋਚਿਆ ਜੇ ਮੈਂ ਅਰਥ ਕਰ ਦਿੱਤੇ ਤਾਂ ਮਨ ਵਿੱਚ ਸੋਚੇਗਾ ਕਿ ਹੋ ਸਕਦਾ ਹੈ ਛੋਟੇ ਹੁੰਦਿਆਂ ਕਿਸੇ ਪੰਡਤ ਕੋਲੋਂ ਅਰਥ ਪੜ੍ਹੇ ਹੋਣ ਤੇ ਕਹਿਣ ਲੱਗੇ ਭਾਈ ਅਸੀਂ ਕੀ ਕਰਨੇ ਹਨ ਅਰਥ, ਤੂੰ ਕੋਈ ਆਪਣਾ ਬੰਦਾ ਲਿਆ, ਇਹ ਅਰਥ ਤਾਂ ਉਹਦੇ ਕੋਲੋਂ ਵੀ ਕਰਵਾ ਦੇਾਂਗੇ ਗੁਰੂ ਨਾਨਕ ਦੀ ਬਖਸ਼ਿਸ਼ ਨਾਲ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਪੰਡਤ ਨੇ ਇੱਕ ਚੀਵਰ ਮਹਿਰਾ ਜੋ ਮਹਾਮੂਰਖ ਸੀ, ਜਿਹਦੇ ਮੁਖ ਤੋਂ ਕੋਈ ਸ਼ੁੱਧ ਬਚਨ ਵੀ ਨਹੀਂ ਸੀ ਨਿਕਲਦਾ, ਥਰ ਥਰਾਉਂਦਾ ਸੀ ਗੱਲ ਕਰਦਿਆਂ, ਉਹਨੂੰ ਲੈ ਆਇਆ। ਕਹਿਣ ਲੱਗਾ ਮਹਾਰਾਜ ਜੇ ਕਰਾਉਣੇ ਜੇ ਤਾਂ ਇਹਦੇ ਕੋਲੋਂ ਕਰਾਓ ਅਰਥ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਛੋਟੀ ਜਿਹੀ ਛੜੀ ਹੱਥ ਵਿੱਚ ਰੱਖਦੇ ਸਨ ਤੇ ਉਸ ਜੀਵਰ ਦੇ ਸਿਰ ਤੇ ਰੱਖੀ ਤੇ ਅਗਮ ਨਿਗਮ ਦੀ ਉਸ ਨੂੰ ਸੋਝੀ ਹੋ ਗਈ ਤੇ ਐਸੇ ਗੀਤਾ ਦੇ ਅਰਥ ਸੁਣਾਏ ਜੋ ਪੰਡਤ ਨੇ ਕਦੇ ਆਪਣੇ ਜੀਵਨ ਵਿੱਚ ਸੁਣੇ ਨਹੀਂ ਸਨ। ਜਿਉਂ-ਜਿਉਂ ਅਰਥ ਸੁਣਦਾ ਹੈ ਨੈਣਾ ਤੋਂ ਜਲ ਜਾ ਰਿਹਾ ਔਰ ਉਸ ਸੋਹਣੀ ਮੂਰਤ ਵਿੱਚੋਂ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋ ਰਹੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਚਰਨਾਂ ਤੇ ਟਹਿ ਪਿਆ, ਮਹਾਰਾਜ ਮੇਰੀ ਭੁੱਲ ਬਖਸ਼ੋ, ਮੇਰੇ ਤੇ ਕਿਰਪਾ ਕਰੋ। ਕਿਤਨਾ ਹੀ ਸਮਾਂ ਪੰਡਤ ਲਾਲ ਚੰਦ ਸਤਿਗੁਰਾਂ ਦੇ ਨਾਲ ਹੀ ਰਿਹਾ। ਐਸੀਆਂ ਬਰਕਤਾਂ ਜਿਸ ਪਾਸੋਂ ਅਰਥ ਕਰਾਏ ਸੀ, ਇਸ ਦਾ ਨਾਮ ਛੱਜੂ ਸੀ ਤੇ ਗੁਰੂ ਨੇ ਐਸੀ ਮਿਹਰ ਕੀਤੀ ਕਿ ਇੱਕ ਮਹਿਰਾ ਛੋਲੇ ਭੁੰਨਣ ਵਾਲਾ ਅਰਥ ਕਰ ਦੇਵੇ। ਪਰ ਗੁਰੂ ਲਈ ਇਹ ਕਿਹੜੀ ਵੱਡੀ ਗੱਲ ਹੈ। ਜਦੋਂ ਐਸਾ ਕੌਤਕ ਵੇਖਿਆ ਤਾਂ ਜ਼ਮੀਨ ਆਸਮਾਨ ਸਾਰੇ ਹੀ ਗੂੰਜ ਉੱਠੇ। ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये,
सब दुख जाए, श्री हरि कृष्ण ध्याये, श्री हरि कृष्ण ध्याये। श्री हरि कृष्ण ध्याये, श्री हरि कृष्ण ध्याये। जिस गुरु घर का नाम अज बंगला साहब है, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਪਾਸ ਅਹਿਲਕਾਰ ਸੀ, ਪਰ ਗੁਰੂ ਘਰ ਦਾ ਵੀ ਅਤੀ ਪਿਆਰ ਵਾਲਾ, ਬੜਾ ਪਿਆਰ ਵਾਲਾ ਗੁਰੂ ਕਾ ਸਿੱਖ ਸੀ। ਤੇ ਆਪਣੇ ਘਰ ਆ ਕੇ ਰਾਣੀਆਂ ਨੂੰ ਸਤਿਗੁਰਾਂ ਦੀ ਬੇਅੰਤ ਉਸਤਤ, ਬੇਅੰਤ ਕੌਤਕ ਸੁਣਾਇਆ ਕਰਦਾ ਸੀ। ਬਈ ਵੇਖੋ ਛੋਟੀ ਅਵਸਥਾ ਵਿੱਚ ਕਿੱਡੇ ਕਿੱਡੇ ਵੱਡੇ ਕੰਮ ਕਰ ਰਹੇ ਹਨ, ਕਿਵੇਂ ਸੰਸਾਰ ਦੀ ਰੱਖਿਆ ਕਰ ਰਹੇ ਹਨ, ਕਿਵੇਂ ਜਲਦੇ ਬਲਦੇ ਹੋਏ ਸੰਸਾਰ ਨੂੰ ਦੁੱਖਾਂ ਵਿੱਚੋਂ ਕੱਢ ਰਹੇ ਹਨ। ਤਾਂ ਰਾਣੀ ਦੇ ਮਨ ਵਿੱਚ ਆਇਆ, ਭਲਾ ਵੇਖਾਂ ਸਹੀ, ਇੰਨੀ ਤਾਰੀਫ ਕਰਦੇ ਹਨ, ਕੋਈ ਮੇਰੇ ਵੀ ਦਿਲ ਦੀ ਗੱਲ ਪੁੱਛਦੇ ਹਨ ਕਿ ਨਹੀਂ। ਤਾਂ ਆਪਣੇ ਪਤੀ ਨੂੰ ਬੇਨਤੀ ਕੀਤੀ, ਬਈ ਸਤਿਗੁਰਾਂ ਨੂੰ ਜਾ ਕੇ ਅਰਦਾਸ ਕਰੋ, ਬੇਨਤੀ ਕਰੋ, ਇਸ ਗ੍ਰਹਿ ਵਿੱਚ ਵੀ ਚਰਨ ਪਾਉਣ ਆ ਕੇ। ਰਾਜਾ ਜੈ ਸਿੰਘ ਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਰਾਣੀ ਵੀ ਆਪ ਜੀ ਦੇ ਸੋਹਣੇ ਦੀਦਾਰ ਕਰਨਾ ਚਾਹੁੰਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ, ਭਾਈ ਉਹ ਦਰਸ਼ਨ ਵੀ ਕਰਨਾ ਚਾਹੁੰਦੀ ਹੈ ਤੇ ਸਾਡੀ ਪ੍ਰੀਖਿਆ ਵੀ ਲੈਣੀ ਚਾਹੁੰਦੀ ਹੈ। ਜ਼ਰੂਰ ਚੱਲਾਂਗੇ ਭਾਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਆਉਣਾ ਸੀ ਨਾ ਮਹਿਲਾਂ ਵਿੱਚ, ਤੇ ਰਾਣੀ ਨੇ ਜਿਤਨੀਆਂ ਵੀ ਨੌਕਰਾਨੀਆਂ ਕੰਮ ਕਰਦੀਆਂ ਸਨ ਮਹਿਲ ਵਿੱਚ, ਸਾਰਿਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਤੇ ਆਪ ਨੌਕਰਾਨੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ। ਬਈ ਜੇ ਸੱਚਾ ਗੁਰੂ ਹੋਵੇਗਾ ਤਾਂ ਮੈਨੂੰ ਲੱਭ ਲਵੇਗਾ ਤੇ ਨਾਲੇ ਮੈਨੂੰ ਮਾਂ ਆਖ ਕੇ ਮੇਰੀ ਗੋਦੀ ਨੂੰ ਵੀ ਭਾਗ ਲਾਵੇਗਾ, ਮੇਰੀ ਗੋਦੀ ਵਿੱਚ ਬੈਠੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੜੀ ਹੱਥ ਵਿੱਚ ਪਕੜੀ ਹੋਈ ਹੈ। ਜਦੋਂ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਆਏ ਤੇ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਨੌਕਰਾਨੀਆਂ ਨੇ ਰਾਣੀਆਂ ਵਾਲੇ ਕੱਪੜੇ ਪਾਏ ਹੋਏ ਸੀ, ਛੜੀ ਮਾਰੀ ਆਉਂਦਿਆਂ ਨੂੰ ਤੇ ਕਹਿੰਦੇ ਨੇ, ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਸਾਰਿਆਂ ਤੋਂ ਲੰਘ ਕੇ ਜਿੱਥੇ ਪਟਰਾਣੀ ਬੈਠੀ ਸੀ ਨਾ, ਗੋਲੀਆਂ ਵਾਲੇ ਕੱਪੜੇ ਪਾ ਕੇ, ਤੇ ਮਹਾਰਾਜ ਉਹਨੂੰ ਕਹਿਣ ਲੱਗੇ, ਭਈ ਨਾਲੇ ਤਾਂ ਤੂੰ ਆਪਣੀ ਗੋਦ ਵਿੱਚ ਬਿਠਾਉਣਾ ਚਾਹੁੰਦੀ ਹੈ ਤੇ ਨਾਲੇ ਸਾਡੀ ਪ੍ਰੀਖਿਆ ਲੈਣੀ ਚਾਹੁੰਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਣੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਉਹ ਮੇਰਾ ਦੇ ਸਾਈਂ, ਉਹ ਬਖਸ਼ਿਸ਼ਾਂ ਦੇ ਸਾਗਰ, ਮੈਂ ਭੁੱਲ ਗਈ ਸਾਂ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ। ਤਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਮਾਂ ਕਰਕੇ ਪੁਕਾਰਿਆ ਤੇ ਇਹਦੀ ਗੋਦੀ ਵਿੱਚ ਬਹਿ ਕੇ ਇਸ ਨੂੰ ਭਾਗ ਲਾ ਦਿੱਤੇ, ਰੰਗ ਲਾ ਦਿੱਤੇ। ਗੋਦੀ ਵਿੱਚ ਬੈਠਣ ਦੀ ਦੇਰ ਸੀ, ਇਹਦੇ ਮਨ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਹੋਵੇ। ਇਹਦੇ ਘਰ ਕੋਈ ਔਲਾਦ ਨਹੀਂ ਸੀ, ਪਰ ਜਦੋਂ ਸਤਿਗੁਰੂ ਗੋਦੀ ਵਿੱਚ ਬਹਿ ਗਏ ਤਾਂ ਸਾਰੀਆਂ ਹੀ ਇੱਛਾਵਾਂ ਖਤਮ ਹੋ ਗਈਆਂ। ਇਹ ਮੰਗਣਾ ਵੀ ਭੁੱਲ ਗਈ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ। ਤੇ ਸਤਿਗੁਰਾਂ ਦੀ ਏਡੀ ਬਖਸ਼ਿਸ਼ ਹੋਈ, ਏਡੀਆਂ ਰਹਿਮਤਾਂ ਹੋਈਆਂ ਕਿ ਅੱਜ ਬੰਗਲਾ ਸਾਹਿਬ, ਜਿੱਥੇ ਲੱਖਾਂ ਹੀ ਸੰਗਤਾਂ ਰੋਜ਼ ਆ ਕੇ ਸੀਸ ਝੁਕਾਉਂਦੀਆਂ ਹਨ ਤੇ ਨਾਮ ਦੀ ਦਾਤ ਪ੍ਰਾਪਤ ਕਰਕੇ, ਦੁੱਖਾਂ ਦੀ ਨਿਵਰਤੀ ਕਰਕੇ, ਲੋਕ ਪਰਲੋਕ ਦੇ ਸੁੱਖ ਮਾਣ ਕੇ ਜਾਂਦੀਆਂ ਹਨ, ਅੱਜ ਉਹੀ ਧਰਤੀ ਤੋਂ, ਜ਼ਮੀਨ ਅਸਮਾਨ ਤੋਂ ਇਹੀ ਆਵਾਜ਼ਾਂ ਆਉਂਦੀਆਂ ਹਨ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, श्री हरि कृष्ण ध्याये, श्री हरि कृष्ण ध्याये,
श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। जिस डिठे सब दुख जाए, श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। वाहिगुरु 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 श्री हरि कृष्ण धियाये, श्री हरि कृष्ण धियाये, श्री हरि कृष्ण धियाये, श्री हरि कृष्ण धियाये। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਵਿੱਚ ਪਹੁੰਚੇ ਹਨ ਤਾਂ ਸਾਰੇ ਸ਼ਹਿਰ ਵਿੱਚ ਬਿਮਾਰੀ ਫੈਲੀ ਹੋਈ ਸੀ। ਕੋਈ ਘਰ ਦਾ ਜੀ ਐਸਾ ਨਹੀਂ ਸੀ ਜਿਹੜਾ ਬਿਮਾਰ ਨਹੀਂ ਸੀ। ਤੇ ਫਿਰ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਦਾ ਅੰਮ੍ਰਿਤ ਬਖਸ਼ੋ ਤਾਂ ਕਿ ਸੁਖ ਵਰਤੇ। ਜਿਹੜਾ ਜਿਹੜਾ ਵੀ ਸਤਿਗੁਰਾਂ ਦੇ ਨਿੱਕੇ ਨਿੱਕੇ ਸੋਹਣੇ ਚਰਨ, ਮਾਈ ਚਰਨ ਗੁਰ ਮੀਠੇ, ਚਰਨ ਧੋ ਕੇ ਲੈ ਜਾਂਦਾ ਹੈ, ਅੰਮ੍ਰਿਤ ਅਰੋਗ ਹੁੰਦਾ ਜਾ ਰਿਹਾ ਹੈ। ਏਡੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਹੁਣ ਸਤਿਗੁਰੂ ਇਕੱਲੇ। ਇਸ ਲਈ ਫਿਰ ਹੁਕਮ ਹੋਇਆ, ਭਾਈ ਇੱਕ ਛੋਟਾ ਜਿਹਾ ਚਬੱਚਾ ਬਣਾਓ ਤੇ ਉਹਦੇ ਵਿੱਚ ਚਰਨ ਧੋ ਕੇ ਅੰਮ੍ਰਿਤ ਪਾ ਦਿਓ। ਜਿਹੜਾ ਵੀ ਇੱਥੋਂ ਅੰਮ੍ਰਿਤ ਲੈ ਜਾਏਗਾ ਦੁੱਖ ਭੱਜ ਜਾਣਗੇ, ਦੁੱਖਾਂ ਦੇ ਡੇਰੇ ਢਹਿ ਜਾਣਗੇ। ਤੇ ਫਿਰ ਲੱਖਾਂ ਦਾ ਆਪਨੇ ਉਧਾਰ ਕੀਤਾ, ਲੱਖਾਂ ਨੂੰ ਅਰੋਗਤਾ ਬਖਸ਼ਿਸ਼ ਕੀਤੀ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਤਨੇ ਤੱਕ ਜ਼ਮੀਨ ਅਸਮਾਨ ਹਨ ਭਾਈ, ਜੋ ਵੀ ਕੋਈ ਉਥੋਂ ਅੰਮ੍ਰਿਤ ਲਏਗਾ ਤਨ ਤੇ ਮਨ ਅਰੋਗ ਹੋ ਜਾਏਗਾ। ਸ਼੍ਰੀ ਹਰਿ ਕ੍ਰਿਸ਼ਨ ਧਿਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਏ, श्री हरि कृष्ण धियाये, श्री हरि कृष्ण धियाये, श्री हरि कृष्ण धियाए, कृष्ण धियाये, श्री हरि